ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਸਤਿ ਸ਼੍ਰੀ ਅਕਾਲ ਜੀ। ਦੈਨਿਕ ਸਵੇਰਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਇਸ ਵੇਲੇ ਅਸੀਂ ਮੌਜੂਦ ਹਾਂ ਜਲੰਧਰ ਦੇ ਅਕਾਲ ਆਈ ਹਸਪੀਟਲ ਦੇ ਵਿੱਚ, ਜਿੱਥੇ ਸਾਡੇ ਨਾਲ ਮੌਜੂਦ ਨੇ ਡਾਕਟਰ ਸਤਬੀਰ ਸਿੰਘ ਜੀ, ਜੋ ਕਿ ਸਾਨੂੰ ਹੈਲਥ ਇੰਡਸਟਰੀ ਨੂੰ, ਖਾਸ ਤੌਰ ਤੇ ਆਪਟੀਕਲ ਇੰਡਸਟਰੀ ਜਿਹੜੀ ਸੀਗੀ ਉਸ ਨੂੰ ਇਸ ਪੈਂਡੇਮਿਕ ਦੇ ਆਉਣ ਤੋਂ ਬਾਅਦ ਕਿੰਨਾ ਕੁ ਇਫੈਕਟ ਪਿਆ ਆ ਉਸ ਦੇ ਬਾਰੇ ਥੋੜੀ ਜਾਣਕਾਰੀ ਦੇਣਗੇ। ਸਰ, ਕੀ ਕਹਿਣਾ ਤੁਹਾਡਾ ਕਿ ਆਈ ਸੈਕਟਰ ਜਿੰਨਾ ਵੀ ਆਈ ਰਿਲੇਟਡ ਹੈਲਥ ਸੈਕਟਰ ਸੀਗਾ ਉਸ ਨੂੰ ਕਿੰਨਾ ਕੁ ਇਫੈਕਟ ਆਇਆ ਹੈ ਇਸ ਪੈਂਡੇਮਿਕ ਦੇ ਆਉਣ ਤੋਂ ਬਾਅਦ? ਜੀ, ਪਹਿਲਾਂ ਤਾਂ ਦੈਨਿਕ ਸਵੇਰਾ ਟੀਵੀ ਦੇਖਣ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ। ਅਤੇ ਮੈਂ ਤੁਹਾਡਾ ਮਨਰਾਜ ਜੀ, ਤੁਹਾਡੇ ਚੈਨਲ ਦੇ ਥਰੂ ਲੋਕਾਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ, ਮੈਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਹਾਂ। ਜਿੱਥੇ ਤੱਕ ਹੈਲਥ ਕੇਅਰ ਪ੍ਰੋਵਾਈਡਰਸ ਜਾਂ ਸਾਡਾ ਫੀਲਡ ਆਫਥੈਲਮੋਲੋਜੀ, ਆਈ ਸਪੈਸ਼ਲਿਸਟ, ਆਈ ਸਰਜਨ ਨੇ, ਅਤੇ ਇਸ ਪੈਂਡੈਮਿਕ ਤੋਂ ਬਾਅਦ ਜਿਵੇਂ ਸਭ 'ਤੇ ਬਹੁਤ ਅਸਰ ਪਿਆ, ਸਾਡੇ 'ਤੇ ਵੀ ਜਿਹੜਾ ਹੈਗਾ ਪ੍ਰੋਫੈਸ਼ਨ 'ਤੇ ਬਹੁਤ ਜ਼ਿਆਦਾ ਅਸਰ ਆਇਆ ਹੈ। ਕਿਉਂਕਿ ਇੱਕ ਗੱਲ ਜਿਹੜੀ ਆਫਥੈਲਮੋਲੋਜੀ ਦੀ ਬਾਕੀਆਂ ਨਾਲੋਂ ਡਿਫਰੈਂਟ ਹੈ ਕਿ ਸਾਡੇ ਵਿੱਚ ਐਮਰਜੈਂਸੀ ਘੱਟ ਹੁੰਦੀ ਹੈ। ਸੋ ਜੇ ਕਿਸੇ ਨੂੰ ਫਰਜ਼ ਕਰੋ ਚਿੱਟੇ ਮੋਤੀਆ ਹੈ ਜਾਂ ਕਿਸੇ ਨੇ ਚਸ਼ਮੇ ਉਤਾਰਨ ਦਾ ਆਪਰੇਸ਼ਨ ਕਰਾਉਣਾ ਹੈ, ਅਤੇ ਅਸੀਂ ਉਹਨੂੰ ਆਪਣੇ ਹਿਸਾਬ ਨਾਲ ਪਲਾਨ ਕਰ ਸਕਦੇ ਹਾਂ, ਵੇਟ ਕਰ ਸਕਦੇ ਹਾਂ। ਸੋ ਜਿਹੜੇ ਤਾਂ ਹੁਣ ਇਹ ਜਿਹੀਆਂ ਬ੍ਰਾਂਚਿਸ ਨੇ, ਜਿੱਦਾਂ ਟਰੋਮਾ ਹੈ, ਜੇ ਕਿਸੇ ਨੂੰ ਐਕਸੀਡੈਂਟ ਹੋ ਗਿਆ ਅਤੇ ਉਹ ਤਾਂ ਲਾਈਫ ਸੇਵਿੰਗ ਉਸੇ ਵੇਲੇ ਹੈ। ਗਾਇਨੋਕੋਲੋਜੀ ਹੈ, ਜਿਹੜੇ ਬੱਚੇ ਨੇ ਜਦੋਂ ਜਨਮ ਲੈਣਾ ਹੈ ਉਹ ਲੈਣਾ ਹੀ ਹੈ, ਉਹਨੂੰ ਕੋਈ ਪੈਂਡੈਮਿਕ ਕੋਈ ਚੀਜ਼ ਰੋਕ ਨਹੀਂ ਸਕਦੀ। ਅਤੇ ਪੀਡੀਆਟ੍ਰੀਸ਼ਨ ਜਿਹੜੇ ਹੈਗੇ ਬੱਚਿਆਂ ਦੇ ਮਾਹਿਰ ਡਾਕਟਰ, ਉਹ ਵੀ ਜਾਂ ਕੋਈ ਜਿਹੜੇ ਮੈਡੀਕਲ ਸਪੈਸ਼ਲਿਸਟ ਹੈਗੇ ਨੇ, ਉਹ ਜਦੋਂ ਕੋਈ ਬਿਮਾਰ ਹੋ ਰਿਹਾ ਉਹਦੇ ਨਾਲ ਹੀ ਇਫੈਕਟ ਪੈਂਦਾ ਹੈ। ਸਾਡੇ ਪੇਸ਼ੈਂਟ ਰਿਲੇਟਿਵਲੀ ਜਿਹਨੂੰ ਕਹਿੰਦੇ ਬਹੁਤ ਤੰਦਰੁਸਤ ਹੁੰਦੇ ਨੇ, ਸੋ ਇਸ ਕਰਕੇ ਇਹ ਫਰਕ ਆ ਰਿਹਾ ਹੈ। ਹੈਲਥ ਸੈਕਟਰ ਦੇ ਉੱਤੇ ਤੇ ਇਹਦੇ ਇਫੈਕਟ ਦੇਖਣ ਨੂੰ ਮਿਲੇ ਆ, ਪਰ ਹੈਲਥ ਸੈਕਟਰ ਨਾਲ ਜੁੜੇ ਲੋਕਾਂ ਦੀ ਫੈਮਿਲੀਜ਼ 'ਤੇ ਇਸ ਦਾ ਕਿਸ ਤਰ੍ਹਾਂ ਨਾਲ ਅਸਰ ਹੋਇਆ? ਜੀ, ਤੁਸੀਂ ਇਹ ਦੇਖ ਲਓ ਕਿ ਮੈਂ ਵੀ ਡਾਕਟਰ ਹਾਂ, ਮੇਰੇ ਵਾਈਫ ਵੀ ਇਸ ਟਾਈਮ ਪੋਸਟ ਗ੍ਰੈਜੂਏਸ਼ਨ ਕਰ ਰਹੇ ਨੇ, ਉਹ ਵੀ ਇਹਦੇ ਵਿੱਚ ਆਫਥੈਲਮੋਲੋਜੀ 'ਚ ਮਾਸਟਰਸ ਕਰ ਰਹੇ ਨੇ, ਅਤੇ ਉਹ ਇਸ ਟਾਈਮ ਯੂਪੀ ਮੁਰਾਦਾਬਾਦ ਤੀਰਥੰਕਰ ਮਹਾਵੀਰ ਯੂਨੀਵਰਸਿਟੀ, ਉੱਥੇ ਰੈਜ਼ੀਡੈਂਸੀ ਜਿਹਨੂੰ ਕਹਿੰਦੇ ਪੀਜੀ, ਉਹ ਕਰ ਰਹੇ ਨੇ। ਅਤੇ ਕਰੋਨਾ ਕਰਕੇ ਹੁਣ ਜਿਹੜੀਆਂ ਸਟੈਂਡਰਡ ਡਿਊਟੀਜ਼ ਹੈਗੀਆਂ ਉਹ ਤਾਂ ਬੰਦ ਹੋ ਗਈਆਂ ਨੇ, ਅਤੇ ਉਹਨਾਂ ਦਾ ਹੌਸਪੀਟਲ ਅਤੇ ਯੂਨੀਵਰਸਿਟੀ ਕਨਵਰਟ ਕਰ ਦਿੱਤੀ ਗਈ ਹੈਗੀ ਆ ਕੋਵਿਡ-19 ਹੌਸਪੀਟਲ, ਜਿੱਥੇ ਜਿੰਨੇ ਵੀ ਚੈਲੰਜਿੰਗ ਕੇਸਿਸ ਹੈਗੇ। ਅਤੇ ਸ਼ੀ ਕੈਨੋਟ ਲੀਵ ਸਟੇਸ਼ਨ। ਮੇਰੀ ਡਾਟਰ ਹੈ 4.5 ਸਾਲਾਂ ਦੀ, ਉਹ ਇੱਥੇ ਮੇਰੇ ਕੋਲ ਹੈ। ਮਦਰ ਪਿਛਲੇ ਹੁਣ ਤੇ 3 ਮਹੀਨੇ ਤੋਂ ਵੱਧ ਹੋ ਗਏ ਨੇ, ਉਹ ਉੱਥੇ ਨੇ। ਅਤੇ ਉਹਨਾਂ ਦੀ ਹੁਣ ਟਰਾਇਜ ਡਿਊਟੀ ਸੀ, ਕਰੋਨਾ ਟਰਾਇਜ 'ਚ। ਮਤਲਬ ਕਰੋਨਾ ਟਰਾਇਜ ਇਹ ਹੈ ਕਿ ਜਿੱਥੇ ਸਭ ਤੋਂ ਜ਼ਿਆਦਾ ਹਾਈ ਰਿਸਕ ਵਾਲੇ ਪੇਸ਼ੈਂਟ ਆਣੇ, ਤੁਸੀਂ ਆਈਡੈਂਟੀਫਾਈ ਕਰਨਾ ਕਿ ਇਹ ਆਈਸੋਲੇਸ਼ਨ 'ਚ ਜਾਣੇ, ਇਹ ਵੈਂਟੀਲੇਟਰ 'ਤੇ ਜਾਣੇ ਆ, ਇਹ ਕੁਆਰੰਟਾਈਨ 'ਚ ਜਾਣੇ ਹੈਗੇ ਆ, ਅਤੇ ਇਹ ਵਾਪਸ ਘਰ ਜਾਣੇ। ਅਤੇ 7 ਦਿਨ ਦੀ ਡਿਊਟੀ, ਉਸ ਤੋਂ ਬਾਅਦ ਆਈਸੋਲੇਸ਼ਨ 'ਚ ਤੁਸੀਂ ਇਕੱਲੇ ਰਹਿਣਾ, ਅਤੇ ਫਿਰ 14 ਦਿਨ ਦਾ ਕੁਆਰੰਟਾਈਨ। ਜਿਸ ਦੀ ਡਿਊਟੀ ਲੱਗ ਗਈ 21 ਦਿਨ ਅਕੇਲੇ ਮਤਲਬ ਕਿ ਤੁਸੀਂ ਉਹ ਆਈਸੋਲੇਸ਼ਨ ਵੈਨ 'ਚ ਪਿੱਛੇ ਬੈਠ ਕੇ ਜਾਣਾ, PPE ਕਿੱਟ ਪਾ ਕੇ ਆਪਣਾ ਸਾਰਾ ਤੁਸੀਂ ਰੋਜ਼ਮर्रा ਦਾ ਕੰਮ, ਫਿਰ ਆਈਸੋਲੇਸ਼ਨ, ਤੁਹਾਡਾ ਇੱਕ ਕਮਰਾ ਜੋ ਇੱਕ ਤਰ੍ਹਾਂ ਦੀ ਜੇਲ੍ਹ ਕਹਿ ਲਓ, ਕਿਸੇ ਨੂੰ ਮਿਲ ਨਹੀਂ ਸਕਦੇ, ਕਿਸੇ ਨੂੰ ਕੁਛ ਨਹੀਂ। ਕੋਰੀਡੋਰ ਦੇ ਬਾਹਰ ਖਾਣਾ ਰੱਖ ਜਾਂਦੇ ਨੇ ਅਤੇ ਚਲੇ ਜਾਂਦੇ ਨੇ। ਉਹਨਾਂ ਦੇ ਜਾਣ ਤੋਂ ਬਾਅਦ ਤੁਸੀਂ ਉੱਥੋਂ ਚੱਕ ਲੈਣਾ, ਤੁਸੀਂ ਆਪਣੇ ਮੀਲਸ ਖਾ ਕੇ ਵਾਪਸ ਉੱਥੇ ਬਰਤਨ ਰੱਖਦੇ ਨੇ। ਸੋ ਇਹ ਕੋਈ ਹੱਡ ਬੀਤੀ ਹੈ ਇਹ ਜੀ, ਬਿਲਕੁਲ ਦਿਸ ਇਜ਼ ਵਾਟ ਇਜ਼ ਗੋਇੰਗ ਔਨ। ਬੇਟੀ ਰੋਜ਼ ਪੁੱਛਦੀ ਹੈ ਕਿ ਮੈਂ ਕਦੋਂ ਜਾਣਾ, ਅਤੇ ਉਹਦਾ ਕੋਈ ਜਵਾਬ ਨਹੀਂ ਹੈ। ਨਾ ਉਹ ਡਾਕਟਰਸ ਦੀ ਇਹ ਕਮਿਟਮੈਂਟ ਹੈ, ਨਾ ਉਹ ਆਪਣਾ ਸਟੇਸ਼ਨ ਛੱਡ ਸਕਦੇ ਨੇ, ਨਾ ਉਹ ਘਰ ਜਾ ਸਕਦੇ ਨੇ। ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਕੋਆਪਰੇਟ ਕਰਕੇ, ਹੋਰ ਇਸ ਤੋਂ ਬਾਅਦ ਡਾਕਟਰ ਕੀ ਕਰਨ? ਮੇਰੇ ਜਮਾਤੀ, ਮੇਰੇ 2 ਬੈਚਮੇਟਸ MBBS ਦੇ, ਅਸੀਂ 50 ਦਾ ਬੈਚ ਸੀਗਾ, 2 ਨੂੰ ਕਰੋਨਾ ਪੋਜ਼ੀਟਿਵ ਹੋ ਗਏ ਨੇ। ਇੱਕ ਨੂੰ ਇੰਗਲੈਂਡ 'ਚ ਈਲਿੰਗ 'ਚ, ਅਤੇ ਇੱਕ ਮਿਸ਼ੀਗਨ 'ਚ ਜਿਹੜੇ USA 'ਚ, ਅਤੇ ਉਹ ਰਿਕਵਰ ਵੀ ਮਹਾਰਾਜ ਦੀ ਕਿਰਪਾ ਕਰ ਗਏ ਨੇ। ਇੱਕ ਸਾਡੇ ਆਫਥੈਲਮੋਲੋਜਿਸਟ ਨੇ, ਆਈ ਸਰਜਨ, ਨਿਊਯਾਰਕ ਸਿਟੀ 'ਚ, ਉਹ ਰਿਕਵਰ ਕਰ ਗਏ ਨੇ। ਸੋ ਚੰਗੇ ਪਾਸੇ ਇਹ ਹੈ, ਪਹਿਲਾਂ ਤਾਂ ਕੋਸ਼ਿਸ਼ ਕਰੀਏ ਨਾ ਹੋਵੇ। ਬਾਕੀ ਲੋਕ ਰਿਕਵਰ ਕਰ ਰਹੇ ਨੇ। ਮੇਰੇ ਹੱਡ ਬੀਤੀ ਮੈਂ ਤੁਹਾਨੂੰ ਦੱਸ ਦਿੱਤਾ। ਅਤੇ ਉਹ ਰਿਕਵਰ ਕਿਉਂ ਕੀਤੇ ਨੇ? ਕਿਉਂਕਿ ਉਹ ਆਈਸੋਲੇਸ਼ਨ 'ਚ ਗਏ, ਉਹਨਾਂ ਨੇ ਜਿੱਦਾਂ ਦੱਸਿਆ ਗਿਆ, ਜੋ ਹਦਾਇਤਾਂ ਕੀਤੀਆਂ ਉਹ ਕਰਕੇ, ਅਤੇ ਹੁਣ ਉਹ ਕਰੋਨਾ ਮੁਕਤ ਹੋ ਗਏ ਨੇ। ਅਤੇ ਸਰ, ਜੇਕਰ ਅਸੀਂ ਵੇਖੀਏ ਪੇਸ਼ੈਂਟਸ ਦੇ ਪੱਖ ਤੋਂ ਕਿ ਉਹਨਾਂ ਨੂੰ ਇੱਥੇ ਹਸਪੀਟਲ ਦੇ ਵਿੱਚ ਪਹੁੰਚਣ ਲਈ ਕੀ ਦਿੱਕਤਾਂ ਦਾ ਸਾਹਮਣਾ ਕਰਨੀਆਂ ਪੈਂਦੀਆਂ, ਤੁਸੀਂ ਕਿਹੜੀ ਦਿੱਕਤਾਂ ਦੇ ਅਧੀਨ ਆਏ ਹੋ, ਤੁਹਾਨੂੰ ਪਤਾ ਲੱਗਾ ਕਿ ਇਹਨਾਂ ਨੂੰ ਪ੍ਰੋਬਲਮ ਸਹਿਣੀ ਪਈ ਹੈ ਇਸ ਵੇਲੇ? ਸਾਡੇ ਵਿੱਚ ਵੀ ਆਫਥੈਲਮੋਲੋਜੀ 'ਚ ਕੋਈ ਪੇਸ਼ੈਂਟ ਨੇ ਜਿਨ੍ਹਾਂ ਨੂੰ ਇਮੀਡੀਏਟ ਅਟੈਂਸ਼ਨ ਚਾਹੀਦੀ ਹੈ, ਜਿਨ੍ਹਾਂ ਲਈ ਵੇਟ ਨਹੀਂ ਕੀਤਾ ਜਾ ਸਕਦਾ, ਜਿਵੇਂ ਕਿ ਪਰਦੇ ਦੇ ਪੇਸ਼ੈਂਟ, ਜਿਹਨੂੰ ਰੈਟੀਨਾ ਕਹਿੰਦੇ ਹੈਗੇ, ਉਹਨਾਂ ਦੇ ਪਰਦਿਆਂ ਦੇ ਰਿਲੇਟਡ ਕੋਈ ਪ੍ਰੋਬਲਮਸ ਹੈਗੀਆਂ, ਉਹਨਾਂ ਦੀ ਉਹ ਐਮਰਜੈਂਸੀ ਸਰਜਰੀਜ਼ ਹੁੰਦੀ। ਕਈ ਫਿਰ ਉਹਨਾਂ ਦੇ ਇੱਕ ਇੰਜੈਕਸ਼ਨ ਲੱਗਦੇ ਜਿਹੜੇ ਟਾਈਮ ਬਾਊਂਡ ਹੁੰਦੇ ਨੇ, ਉਹ ਉਨੀ ਰੈਪੀਟੀਸ਼ਨ 'ਤੇ ਲੱਗਣੇ ਚਾਹੀਦੇ ਹਨ। ਸੋ
ਉਹ ਸਾਰੇ ਪੇਸ਼ੈਂਟਸ ਨਾਲ ਅਸੀਂ ਸਹਿਯੋਗ ਕਰ ਰਹੇ ਹਨ ਤੇ ਅਸੀਂ ਉਹਨਾਂ ਨੂੰ ਬੁਲਾ ਰਹੇ ਹੈਗੇ ਆ। ਤੇ ਦੇਖੋ ਪੁਲਿਸ ਆਪਣਾ ਰੋਲ ਅਦਾ ਕਰ ਰਹੀ ਆ, ਆਪਾਂ ਕਿਸੇ ਨੂੰ ਗਲਤ ਨਹੀਂ ਕਹਿ ਸਕਦੇ। ਇਹ ਫਿਰ ਨਾਲੇ ਜਦੋਂ ਇੰਨੀ ਵੱਡੀ ਪ੍ਰੋਬਲਮ ਹੈਗੀ ਆ, ਇਹ ਮਤਲਬ ਬਲੈਕ ਐਂਡ ਵਾਈਟ ਰਾਈਟ ਔਰ ਰੋਂਗ ਕਹਿਣਾ ਗਲਤ ਹੈ। ਉਹ ਵੀ ਆਪਣੀ ਸਾਰਾ ਦਿਨ ਡਿਊਟੀ ਕਰਦੇ ਹਨ, ਬਹੁਤ ਚੰਗਾ ਕੰਮ ਕਰ ਰਹੇ ਨੇ, ਬਟ ਉਹਨਾਂ ਦੀ ਡਿਊਟੀ ਹੈ ਰੋਕਣਾ। ਕਈ ਪੇਸ਼ੈਂਟਸ ਕੋਲ ਡਾਕੂਮੈਂਟੇਸ਼ਨ ਕਾਗਜ਼ ਇੰਨੇ ਨਹੀਂ ਹੁੰਦੇ, ਸੋ ਸਾਨੂੰ ਬੜੀ ਵਾਰੀ ਇਹ ਸਾਹਮਣੇ ਆਇਆ ਹੈ ਕਿ ਪੇਸ਼ੈਂਟ ਜਿਵੇਂ ਬਾਹਰਲੇ ਜ਼ਿਲ੍ਹੇ ਦੇ ਹੈਗੇ, ਹੁਸ਼ਿਆਰਪੁਰ ਡਿਸਟ੍ਰਿਕਟ, ਕਪੂਰਥਲਾ, ਨਵਾਂ ਸ਼ਹਿਰ, ਜਲੰਧਰ ਰੈੱਡ ਜ਼ੋਨ ਹੈ ਤੇ ਦ ਬਾਰਡਰਸ ਆਫ ਜਲੰਧਰ ਆਰ ਬੀਇੰਗ ਮੈਨਡ ਬਾਈ ਪੁਲਿਸ। ਉਹਨਾਂ ਨੇ ਉੱਥੇ ਬੈਰੀਕੇਡਸ ਕੀਤੇ ਆ, ਉਹ ਨਹੀਂ ਅੱਗੇ ਆਉਣ ਦਿੰਦੇ ਨੇ, ਉਹ ਵਚਨਬੱਧ ਨੇ, ਉਹ ਮਜਬੂਰ ਨੇ, ਤੇ ਪੇਸ਼ੈਂਟਸ ਉੱਥੋਂ ਕਈ ਵਾਰੀ ਵਾਪਸ ਚਲੇ ਜਾਂਦੇ। ਸੋ ਪੇਸ਼ੈਂਟਸ ਨੂੰ ਦਿੱਕਤ ਆਈ ਅਲੱਗ ਤਰੀਕੇ ਦੀ, ਪਰ ਇੱਕ ਬਹੁਤ ਵੱਡੀ ਦਿੱਕਤ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਹੋਏਗਾ, ਜਿਹੜੀ ਕਿ ਫਾਈਨੈਂਸ਼ੀਅਲ ਪੱਖ ਤੋਂ ਵੇਖਿਆ ਜਾਵੇ ਕਿ ਇੱਕ ਪ੍ਰਾਈਵੇਟ ਹਸਪੀਟਲ ਹੋਣ ਦੇ ਬਾਵਜੂਦ ਫਾਈਨੈਂਸ਼ੀਅਲੀ ਬਹੁਤ ਇਫੈਕਟ ਪਿਆ ਹੈ, ਕਿਉਂਕਿ ਸੈਲਰੀਜ਼ ਵੀ ਦੇਣੇ ਨੇ, ਕਈ ਫੈਮਿਲੀਜ਼ ਨਾਲ ਜੁੜੀਆਂ ਹੋਈਆਂ ਨੇ। ਉਸ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਜੀ, ਅੱਗੇ ਮਤਲਬ ਕਿ ਫਾਈਨੈਂਸ਼ੀਅਲੀ ਜਿਵੇਂ ਪੂਰੇ ਮੁਲਕ ਦੀ ਨਹੀਂ, ਸੂਬੇ ਦੀ ਨਹੀਂ, ਦੇਸ਼ ਦੀ ਨਹੀਂ, ਦੁਨੀਆ ਦੀ ਅਰਥ ਵਿਵਸਥਾ, ਇਟਸ ਇਕਨੋਮਿਕ ਕ੍ਰਾਈਸਿਸ, ਅਤੇ ਓਫਥਲਮੋਲੋਜਿਸਟ ਜਾਂ ਡਾਕਟਰ ਅਸੀਂ ਵੀ ਉਹਦਾ ਹਿੱਸਾ ਹਨ। ਅਤੇ ਜਿਵੇਂ ਅਸੀਂ ਕਹਿ ਰਹੇ ਹੈਗੇ ਹਾਂ, ਬੜੀਆਂ ਹੈਵੀ ਜਿਹੜੀਆਂ ਇੰਸਟਾਲਮੈਂਟਸ ਹੁੰਦੀਆਂ, ਅਤੇ ਉਸ ਤੋਂ ਬਾਅਦ ਮੇਨਟੇਨੈਂਸ ਇਜ਼ ਅ ਵੈਰੀ ਬਿਗ ਇਸ਼ੂ। ਜਿਹੜੀਆਂ ਕਈ ਹੁਣ ਸਾਡੀਆਂ ਲੇਜ਼ਰ ਚਲਾਉਣ ਵਾਲੇ ਜਿਹੜੇ ਹੁਣ ਇਕਵਿਪਮੈਂਟ ਹੈਗੀ ਆ, ਉਹਦੇ 'ਚ 18 ਤੋਂ 22 ਡਿਗਰੀ ਟੈਂਪਰੇਚਰ ਅਤੇ ਇੱਕ ਲੈਵਲ ਦੀ ਹਿਊਮਿਡਿਟੀ 365 ਦਿਨ ਰੱਖਣੀ ਪੈਂਦੀ ਹੈ। ਮਤਲਬ ਕਿ ਉਹ ਮਸ਼ੀਨਸ ਜਿਹੜੀਆਂ, ਉਹਨਾਂ ਦੇ ਪਿੱਛੇ ਇੱਕ ਡੈਡੀਕੇਟਿਡ ਜਨਰੇਟਰ, 24 ਘੰਟੇ ਏਅਰ ਕੰਡੀਸ਼ਨਰ, ਆਪਸ 'ਚ ਰਿਲੇ 'ਚ ਇੱਕ ਏ ਸੀ ਤਾਂ 24 ਘੰਟੇ ਚੱਲ ਨਹੀਂ ਸਕਦਾ, ਇੱਕ ਏ ਵੀ 4 ਘੰਟੇ ਚੱਲਦਾ, ਫਿਰ ਸਵਿਚ ਓਵਰ ਕਰਕੇ ਦੂਜਾ ਆਉਂਦਾ ਹੈਗਾ। ਅਤੇ ਸੋ ਇਹੋ ਜਿਹੇ ਖਰਚੇ, ਸਰਵਰ ਰੂਮ ਹੈ ਸਾਡਾ, ਉਹਨੂੰ ਹਮੇਸ਼ਾ ਏਅਰ ਕੰਡੀਸ਼ਨ ਲਗਾ ਕੇ ਰੱਖਣਾ ਪੈਂਦਾ। ਸੋ ਇਹ ਜਿਹੜੇ ਹੈਗੇ ਆ, ਇਹ ਸਾਡੇ ਦੇ ਉੱਤੇ ਜਿਹੜੇ ਹੈਗੇ ਆ ਫਾਈਨੈਂਸ਼ੀਅਲ ਬਰਡਨ ਮੈਂ ਕਹੂੰਗਾ ਅੱਜ ਦੀ ਡੇਟ 'ਚ ਹੈਗੇ ਨੇ, ਬਟ ਕੀ ਕਰ ਸਕਦੇ, ਲੋਕਾਂ ਦੀਆਂ ਤਾਂ ਇਸ ਤੋਂ ਵੀ ਵੱਡੀਆਂ ਪ੍ਰੋਬਲਮਸ ਹੈਗੀਆਂ। ਅਤੇ ਸਟਾਫ ਕਿੰਨਾ ਕੁ ਕੋਆਪਰੇਟਿਵ ਰਹਿੰਦਾ ਤੁਹਾਡੇ ਨਾਲ, ਜਾਂ ਕਿਤੇ ਇਹ ਦਿੱਕਤ ਆਈ ਕਿ ਕੁਝ ਲੋਕ ਹੁੰਦੇ ਆ ਵੀ ਕਹਿੰਦੇ ਨਹੀਂ, ਵੀ ਨੀਡ ਇਨਕਮ ਮੀਨਸ ਵੀ ਨੀਡ ਇਨਕਮ, ਅਦਰਵਾਈਜ਼ ਵੀ ਆਰ ਗੋਇੰਗ ਟੂ ਲੀਵ? ਨਹੀਂ ਜੀ, ਸਾਡੇ ਸਟਾਫ ਦੀ ਪਿੱਠ ਸੁਣਦੀ, ਸਾਡਾ ਸਟਾਫ ਸਾਡੇ ਨਾਲ ਬਹੁਤ ਕੋਆਪਰੇਟ ਕਰ ਰਿਹਾ। ਅਸੀਂ ਵੀ ਜਿੰਨੀ ਵੱਧ ਤੋਂ ਵੱਧ ਕੋਸ਼ਿਸ਼ ਹੋ ਸਕਦੀ ਆ, ਉਹ ਅਸੀਂ ਉਹਨਾਂ ਨਾਲ ਕਰਦੇ ਹੈਗੇ ਆ। ਸੋ ਵੀ ਆਰ ਆਲਮੋਸਟ ਅ ਕਲੋਜ਼ਲੀ ਨਿਟ ਫੈਮਿਲੀ ਸਾਡੇ ਨਾਲ ਜਿਹੜਾ ਹੈਗਾ। ਹਾਂਜੀ, ਸੁਣਨ 'ਚ ਆ ਰਿਹਾ ਕਈ ਜਗ੍ਹਾ ਪ੍ਰੋਬਲਮਸ ਆਉਂਦੀਆਂ ਹੈਗੀਆਂ। ਫਿਰ ਜੋ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਰਾਈਟ ਔਰ ਰੋਂਗ 'ਚ ਤੁਸੀਂ ਇਹ ਦੇਖੋ ਜੀ ਕਿ ਇਹੋ ਜਿਹੀ ਪ੍ਰੋਬਲਮ ਆਈ ਹੈਗੀ ਜਿਹਦੇ ਵਿੱਚ ਇੰਪਲੋਇਰ ਇੰਪਲੋਈ, ਲੈਂਡ ਉਹ ਤੁਸੀਂ ਕਹਿ ਲਓ ਓਨਰ ਅਤੇ ਟੈਨੈਂਟ, ਅਤੇ ਇਹਨਾਂ ਦੀਆਂ ਇੰਨੀਆਂ ਕੁ ਪ੍ਰੋਬਲਮਸ ਆਉਣੀਆਂ ਕਿ ਦੋਵੇਂ ਆਪਣੀ ਜਗ੍ਹਾ ਸੱਚੇ ਨੇ। ਉਹ ਆਪਣੀ ਜਗ੍ਹਾ ਮਜਬੂਰ, ਉਹ ਆਪਣੀ ਜਗ੍ਹਾ ਮਜਬੂਰ, ਅਤੇ ਜਿਹਨੂੰ ਕਹਿੰਦੇ ਨਾ ਬਹੁਤ ਸਹਿਜ ਅਵਸਥਾ ਅਤੇ ਧੈਰਯ ਨਾਲ ਜਿਹੜਾ ਕੋਆਪਰੇਟ ਕਰਕੇ ਇੱਕ ਦੂਜੇ ਨੂੰ ਵੇਟੇਜ ਦੇ ਕੇ, ਉਹਦੀ ਪ੍ਰੋਬਲਮ ਸਮਝ ਕੇ, ਤਵੱਜੋ ਦੇ ਕੇ, ਤਾਂ ਆਪਾਂ ਇਹਦੇ ਵਿੱਚੋਂ ਬਾਹਰ ਨਿਕਲ ਸਕਦੇ ਹਨ। ਕੋਈ ਜਲਦੀ ਕੋਈ ਡਿਕਟੇਟ ਕਰਕੇ ਗੱਲ ਨਹੀਂ, ਇਹਦਾ ਕੋਈ ਹੱਲ ਲੱਭ ਸਕਦਾ। ਨਾਲੇ ਇਟ ਇਜ਼ ਗੋਇੰਗ ਟੂ ਪਰਸਿਸਟ, ਪਤਾ ਨਹੀਂ ਕਿੰਨੀ ਦੇਰ ਚੱਲਣਾ, ਕੀ ਕੁਛ ਪ੍ਰੋਬਲਮਸ ਆਉਣੀਆਂ ਹੈਗੀਆਂ। ਤੁਸੀਂ ਇਹ ਦੇਖੋ ਨਾ, ਕਈ ਇੰਡਸਟਰੀਜ਼ ਨੂੰ ਤਾਂ ਇੰਨੀ ਕੁ ਜ਼ਿਆਦਾ ਸੱਟ ਪਈ ਹੈਗੀ। ਹੌਸਪਿਟੈਲਿਟੀ ਇੰਡਸਟਰੀ, ਨਾਟ ਹੌਸਪਿਟਲ, ਹੌਸਪਿਟੈਲਿਟੀ, ਐਂਟਰਟੇਨਮੈਂਟ ਇੰਡਸਟਰੀ, ਬੈਂਕੁਏਟਸ, ਏਅਰਲਾਈਨਸ, ਜਿਹੜੇ ਟਿਕਟਿੰਗ, ਜਿਹੜੇ ਉਹਨਾਂ ਦੇ ਇੰਨਾ ਮੇਜਰ ਬਿਜ਼ਨਸ ਸੀਗਾ, ਟੂਰਿਜ਼ਮ ਸਾਰਾ ਹੋ ਗਿਆ ਜੀ। ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਹੈਗਾ। ਤੁਸੀਂ ਦੇਖੋ ਨਾ, ਇੱਕ ਏਅਰਲਾਈਨਸ ਦੇ ਪਿੱਛੇ, ਉਹਨਾਂ ਦੇ ਪਿੱਛੇ ਗਰਾਊਂਡ ਕਰੂ ਹੁੰਦਾ, ਉਹਨਾਂ ਦੇ ਪਾਇਲਟਸ ਹੁੰਦੇ ਆ, ਉਹਨਾਂ ਦੀ ਸਪਲਾਈ ਲਾਈਨ ਹੁੰਦੀ ਆ, ਕੀ ਕੁਛ ਹੁੰਦਾ, ਅਤੇ ਲੋਕਾਂ ਦੀ ਮਤਲਬ ਕਿ ਸਾਰਾ ਕੁਛ ਹੀ ਓਵਰਨਾਈਟ ਬਦਲ ਗਿਆ। ਇਸੇ ਦੇ ਨਾਲ ਇੱਕ ਸਵਾਲ ਇਹ ਜ਼ਰੂਰ ਬਣਦਾ ਹੈ ਕਿ ਹਸਪੀਟਲਸ ਲਈ, ਪ੍ਰਾਈਵੇਟ ਸੈਕਟਰ ਲਈ ਸਪੈਸ਼ਲੀ, ਇੱਕ ਗਵਰਨਮੈਂਟ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀਗੀਆਂ ਨਵੀਆਂ, ਉਹ ਕਿੰਨੀਆਂ ਕੁ ਕਾਰਗਰ ਸਾਬਿਤ ਹੋਈਆਂ ਅਤੇ ਕਿੰਨੀਆਂ ਕੁ ਅਸਮਰਥ ਰਹੀਆਂ ਹਾਲੇ ਤੱਕ? ਦੇਖੋ, ਜਿੱਥੇ ਤੱਕ ਸਾਡੀ ਕੰਟਰੀ ਕੰਸਰਨਡ ਹੈਗੀ ਆ, ਸਾਡਾ ਹੈਲਥ ਕੇਅਰ ਪ੍ਰੋਵਾਈਡਰਸ, ਸਾਡੀ ਐਡਮਿਨਿਸਟ੍ਰੇਸ਼ਨ, ਸਾਡੀ ਗਵਰਨਮੈਂਟ ਨੇ, ਕਿਉਂਕਿ ਇੱਕ ਫੈਕਟਰ ਹੈ ਕਿ ਅਸੀਂ ਥੋੜ੍ਹਾ ਲੇਟ ਇਫੈਕਟ ਹੋਏ। ਸਾਨੂੰ ਇੱਕ ਜਿਹਨੂੰ ਕਹਿ ਲਓ ਇੱਕ ਛੋਟੀ ਜਿਹੀ ਵਿੰਡੋ ਮਿਲ ਗਈ ਸੋਚਣ ਲਈ। ਜਿਹੜੇ ਕੰਟਰੀਜ਼, ਫਸਟ ਵਰਲਡ ਕੰਟਰੀਜ਼ ਹੈਗੇ ਆ, ਉਹਨਾਂ ਨੂੰ ਤਾਂ ਜਦੋਂ ਤੱਕ ਪਤਾ ਹੀ ਨਹੀਂ ਲੱਗਾ ਇਹ ਪੈਂਡੈਮਿਕ ਫੈਲ ਚੁੱਕਾ। ਸੋ ਕਿਉਂਕਿ ਸਾਨੂੰ ਥੋੜ੍ਹਾ ਟਾਈਮ ਮਿਲ ਗਿਆ, ਨਾਲੇ ਜਿਹੜੀ ਹੈਗੀ ਆ ਇਸ ਟਾਈਮ PM ਸਾਹਿਬ ਇਜ਼ ਅ ਵੈਰੀ ਸਟਰੋਂਗ ਪਰਸਨੈਲਿਟੀ, ਉਹ ਜਿੱਦਾਂ ਇਹ ਸਾਰੇ ਨੂੰ ਹੈਂਡਲ ਕਰਦੇ ਪਏ ਹੈਗੇ ਆ। ਤੁਸੀਂ ਦੇਖੋ ਨਾ, ਫਿਰ ਜੋ ਕਹਿੰਦੇ ਆ ਬਲੈਕ ਐਂਡ ਵਾਈਟ 'ਚ, ਇਹ ਛੇਤੀ ਕਹਿਣਾ ਇੰਨਾ ਸੌਖਾ ਨਹੀਂ ਹੈ। ਉਹਨਾਂ ਲਈ ਵੀ ਕੋਈ, ਆਪਾਂ ਕਹਿੰਦੇ ਰੈਪਿਡ ਟੈਸਟ ਨਹੀਂ ਹੋ ਰਹੇ। ਪਹਿਲਾਂ ਕਦੇ ਕੋਈ ਚੀਜ਼ ਨਵੀਂ ਆਈ ਹੈ, ਉਹ ਕਿੱਥੋਂ, ਉੱਪਰੋਂ ਲਾਕਡਾਊਨ ਹੋ ਗਿਆ, ਕਿੱਥੋਂ ਉਹਦੀਆਂ ਕਿਟਸ ਪ੍ਰੋਵਾਈਡ ਕਰਨ, ਜਿੰਨਾ ਕੁਛ ਹੋ ਸਕਦਾ, ਗਲਵਜ਼ ਨਹੀਂ ਮਿਲ ਰਹੇ, ਸੈਨੀਟਾਈਜ਼ਰ ਨਹੀਂ ਮਿਲ ਰਹੇ। ਦੇਖੋ, ਜਿਹੜੀ ਕੋਈ ਚੀਜ਼ ਦੀ ਆਪਣੀ ਕੋਈ ਪਤਾ ਹੀ ਨਹੀਂ ਸੀ, ਆਪਾਂ ਤਿਆਰੀ ਨਹੀਂ ਕੀਤੀ ਸੀਗੀ। ਸੋ ਅਵੇਲੇਬਲ ਰਿਸੋਰਸਿਸ
ਦੇ ਹਿਸਾਬ ਨਾਲ ਜੋ ਕੀਤਾ ਜਾ ਸਕਦਾ ਕਰ ਰਿਹਾ। ਮੈਨੂੰ ਲੱਗ ਰਿਹਾ ਗਵਰਨਮੈਂਟ ਜਿਹੜੀ ਹੈਗੀ ਆ ਬਹੁਤ ਵਧੀਆ ਪੋਲਿਸੀਜ਼ ਬਣਾ ਰਹੀ ਹੈਗੀ ਆ। ਹਰ ਰੋਜ਼ ਨਵੀਂ ਚੀਜ਼ ਸਿੱਖਣ ਨੂੰ ਮਿਲ ਰਹੀ ਉਹਨਾਂ ਨੂੰ ਵੀ। ਜਿਵੇਂ ਕਹਿੰਦੇ ਵੈਕਸੀਨੇਸ਼ਨ ਤੁਸੀਂ ਮੈਨੂੰ ਮਨਰਾਜ ਜੀ ਇਹ ਦੱਸੋ ਕਿ ਕੋਈ ਇੰਨੇ ਕੁ ਸੇਫਟੀ ਨੋਰਮਸ ਹੁੰਦੇ ਫਿਰ ਜਾ ਕੇ ਆਪਾਂ ਵੈਕਸੀਨੇਸ਼ਨ ਕਹਿੰਦੇ ਹੈਗੇ ਕੋਈ ਆਉਂਦੀ ਹੈਗੀ ਆ, ਕੋਈ ਉਹਦੇ ਲੌਂਗ ਟਰਮ ਇਫੈਕਟ ਕੀ ਹੈਗੇ। ਜੇ ਚਲੋ ਮਹਾਰਾਜ ਕਰੇ ਸਾਰੇ ਬਹੁਤ ਜ਼ੋਰ ਲਗਾਉਂਦੇ ਵੈਕਸੀਨੇਸ਼ਨ ਆ ਜਾਵੇ, ਪਰ ਇੱਕ ਵੈਕਸੀਨੇਸ਼ਨ ਆਪਾਂ ਮਿੱਠੀ ਗੋਲੀ ਵਾਂਗੂ ਪੂਰੀ ਹਿਊਮੈਨਿਟੀ ਨੂੰ ਨਹੀਂ ਨਾ ਦੇ ਸਕਦੇ, ਉਹਦੇ ਪਤਾ ਨਹੀਂ ਕੀ ਲੌਂਗ ਟਰਮ ਇਫੈਕਟਸ ਹੋਣ। ਸੋ ਇਹ ਟਾਈਮ ਲੱਗੇਗਾ। ਐਂਡ ਜਿਹਨੂੰ ਇੱਕ ਮੈਂ ਆਰਟੀਕਲ ਪੜ੍ਹ ਰਿਹਾ ਸੀ, ਬੀ ਰੈਡੀ ਫॉर ਨਿਊ ਨੋਰਮਲ। ਇਹ ਹੁਣ ਪੈਂਡੈਮਿਕ ਜਾਂ ਜੋ ਚੱਲ ਰਿਹਾ ਇਹ ਨਵਾਂ ਸਾਡਾ ਜਿਹੜਾ ਹੈਗਾ ਨੋਰਮਲ ਜ਼ਿੰਦਗੀ ਇੱਦਾਂ ਹੀ ਬਤੀਤ ਹੋਣੀ ਹੈਗੀ ਕਾਫੀ ਲੰਬੇ ਸਮੇਂ ਲਈ, ਅਤੇ ਇਹਨੂੰ ਸਾਨੂੰ ਬਹੁਤ ਜਲਦੀ ਐਕਸੈਪਟ ਕਰੋਗੇ ਅਤੇ ਅੱਧੀ ਤੁਹਾਡੀਆਂ ਪ੍ਰੋਬਲਮਸ ਖਤਮ ਹੋ ਜਾਊਗੀਆਂ। ਤੁਸੀਂ ਕਹੋ ਇਹ ਇੱਦਾਂ ਹੀ ਆ, ਇਹਦੇ ਵਿੱਚ ਬਹਿ ਕੇ ਸੋਚੋ ਕਿ ਮੈਂ ਵੱਧ ਤੋਂ ਵੱਧ ਕੀ ਕਰ ਸਕਦਾ ਜੀ। ਤੇ ਸਰ ਇਸੇ ਦੇ ਨਾਲ ਇੱਕ ਆਖਰੀ ਕੁਐਸਚਨ ਜਿਹੜਾ ਆ ਉਹ ਇਹ ਬਣਦਾ ਹੈ ਕਿ ਸਰਕਾਰ ਨੂੰ ਕਿਹੜੇ ਸਟੈਪਸ ਲੈਣੇ ਚਾਹੀਦੇ ਸੀਗੇ ਹੁਣ ਤੱਕ ਜਿਹੜੇ ਉਹ ਨਹੀਂ ਲੈ ਪਾਈ ਅਕੋਰਡਿੰਗ ਟੂ ਡਾਕਟਰਸ, ਪ੍ਰਾਈਵੇਟ ਹੈਲਥ ਸੈਕਟਰ ਦੇ ਅਕੋਰਡਿੰਗਲੀ ਪ੍ਰਾਈਵੇਟ ਹੈਲਥ ਸੈਕਟਰ ਦੇ ਲਈ ਕਿਹੜੇ ਸਟੈਪਸ ਐਸੇ ਚੱਕਣੇ ਚਾਹੀਦੇ ਸੀ ਜਿਹੜੇ ਹਾਲੇ ਤੱਕ ਸਰਕਾਰ ਵੱਲੋਂ ਨਹੀਂ ਚੱਕੇ ਗਏ ਆ? ਦੇਖੋ ਜਿੱਦਾਂ ਪੈਂਡੈਮਿਕ 'ਤੇ ਸਮਝ ਆ ਰਿਹਾ, ਜਿਵੇਂ ਇਟਸ ਅਨਫੋਲਡਿੰਗ, ਉਹਦੇ ਹਿਸਾਬ ਨਾਲ ਜਿਹੜੀ ਹੈਗੀਆਂ ਪੋਲਿਸੀਜ਼ ਰਿਵਾਈਜ਼ ਹੋ ਰਹੀਆਂ। ਕੋਈ ਬਿਲਕੁਲ ਆਪਾਂ ਜਿਹੜੀ ਕਹਿ ਦਈਏ ਕਿ ਕੋਈ ਤਾਨਾਸ਼ਾਹੀ ਪੋਲਿਸੀ ਮੈਨੂੰ ਤਾਂ ਨਹੀਂ ਲੱਗਦਾ ਕਿ ਇਹੋ ਜਿਹੀ ਹੈਗੀ ਆ। ਜਿਹੜੀ ਹੈਗੀ ਆ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਸਿਵਲ ਸਰਜਨ ਆਫਿਸ, ਉਹ ਬਹੁਤ ਮਿਹਨਤ ਕਰ ਰਹੇ ਨੇ। ਨਾਲ ਐਡਮਿਨਿਸਟ੍ਰੇਸ਼ਨ ਤੁਸੀਂ ਰੋਜ਼ ਦੇਖਦੇ ਹੋ, ਸਾਡੇ CP ਸਾਹਿਬ, ਸਾਡੇ DC ਸਾਹਿਬ ਸਪੈਸ਼ਲੀ ਕਿੰਨਾ ਪਰਸਨਲ ਇੰਟਰਸਟ ਰਹਿੰਦੇ ਹੈਗੇ ਨੇ। ਸੋ ਇੱਦਾਂ ਕੋਈ ਮੇਰੇ ਹਿਸਾਬ ਨਾਲ ਕੋਈ ਗੱਲ ਨਹੀਂ ਹੈਗੀ। ਹਾਂ, ਸਾਨੂੰ ਵੀ ਹਦਾਇਤਾਂ ਆਉਂਦੀਆਂ ਰਹਿੰਦੀਆਂ, ਜਿਵੇਂ ਪਬਲਿਕ ਪਲੇਸਿਸ 'ਤੇ ਏਅਰ ਕੰਡੀਸ਼ਨ ਨਹੀਂ ਚਲਾਉਣੇ, ਅਤੇ ਤੁਸੀਂ ਦੇਖ ਲਓ ਐਗਜ਼ੌਸਟ ਚੱਲੇ ਹੈਗੇ ਆ, ਇਹ ਕਰਕੇ ਆ। ਬਾਕੀ ਇਹ ਮਹਾਰਾਜ ਵੱਲੋਂ ਆ ਕਿ ਐਤਕੀ ਗਰਮੀ ਇੰਨੀ ਨਹੀਂ ਪੈ ਰਹੀ ਹੈਗੀ। ਸੋ ਇੱਦਾਂ ਕੁਛ ਨਾ ਕੁਛ ਜਿਹੜੀਆਂ ਪੋਲਿਸੀਜ਼ ਆਉਂਦੀਆਂ ਰਹਿੰਦੀਆਂ ਅਤੇ ਉਹਦੇ ਨਾਲ ਅਬਾਈਡ ਕਰਨਾ ਚਾਹੀਦਾ। ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ, ਇੱਕ ਗੱਲ ਸਮਝ ਪੈ ਜਾਓ ਕਿ ਲੱਠ ਤੋਂ ਡਰ ਕੇ ਨਹੀਂ ਕੁਛ ਕਰਨਾ, ਪੁਲਿਸ ਦੇ ਲੱਠ ਤੋਂ, ਆਪਣੀ ਸੇਫਟੀ ਲਈ ਆਪ ਕਰਨਾ। ਸੋ ਇਹ ਜੇ ਲੋਕੀ ਇਹ ਗੱਲ ਸਮਝ ਜਾਊਗੇ ਕਿ ਜੇ ਉਹਨਾਂ ਨੂੰ ਇੱਦਾਂ ਫੋਰਸਫੁਲੀ ਰੱਖਿਆ ਜਾ ਰਿਹਾ ਅਤੇ ਉਹਨਾਂ ਦੇ ਬੈਨੀਫਿਟ ਲਈ ਆ। ਹਜੇ ਤੱਕ ਵੈਸੇ ਲੋਕਾਂ 'ਚ ਹੁਣ ਅਵੇਅਰਨੈਸ ਆਉਣ ਲੱਗ ਪਈ। ਮੈਂ ਦੇਖ ਰਿਹਾ ਕਿ ਜਿਹੜੇ ਪਿੰਡਾਂ ਦੇ ਲੋਕਾਂ ਨੇ ਆਪ ਪਿੰਡ ਸੀਲ ਕਰ ਦਿੱਤੇ ਵੋਲੰਟਰੀਲੀ। ਜੇ ਕੋਈ ਬਾਹਰੋਂ ਆਉਂਦਾ ਉਹਨੂੰ ਕੁਆਰੰਟਾਈਨ 'ਚ ਰੱਖਦੇ, ਉਹਦਾ ਸਾਰਾ ਪਤਾ ਕਰਦੇ, ਕਿਸੇ ਦੇ ਡਰ 'ਤੇ ਨਹੀਂ, ਆਪਣੀ ਸੇਫਟੀ ਲਈ। ਸੋ ਇਹ ਬਹੁਤ ਵੱਡੀ ਗੱਲ ਹੈ। ਤੁਸੀਂ ਬਹੁਤ ਚੰਗੀ ਗੱਲ ਕੀਤੀ ਕਿ ਲੋਕ ਜਿਹੜੇ ਨੇ ਅਵੇਅਰ ਹੋ ਰਹੇ ਨੇ। ਨਾਲੋਂ ਨਾਲ ਇੱਕ ਆਖਰੀ ਸਵਾਲ ਮੈਂ ਐਡ ਔਨ ਕਰ ਰਿਹਾ ਹਾਂ ਕਿ ਫਾਈਨੈਂਸ਼ੀਅਲੀ, ਮਟੀਰੀਅਲਿਸਟਿਕਲੀ ਜਾਂ ਰॉ ਮਟੀਰੀਅਲ ਦੇ ਤੌਰ ਦੇ ਉੱਤੇ ਗਵਰਨਮੈਂਟ ਵੱਲੋਂ ਕੀ ਫੈਸਿਲਿਟੀਜ਼ ਮਿਲੀਆਂ ਤੁਹਾਨੂੰ ਜਾਂ ਕੀ ਮਿਲਣੀਆਂ ਚਾਹੀਦੀਆਂ ਨੇ ਕਿਸੇ ਵੀ ਸੈਕਟਰ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ? ਜੀ ਫਾਈਨੈਂਸ਼ੀਅਲੀ ਤਾਂ ਮਤਲਬ ਕਿ ਸਾਨੂੰ ਕੁਛ ਨਹੀਂ ਮਿਲਿਆ ਅਤੇ ਨਾ ਅਸੀਂ ਐਕਸਪੈਕਟ ਕਰਦੇ ਹਾਂ। ਸਰਕਾਰ ਕੋਲ ਫਾਈਨੈਂਸ਼ੀਅਲ ਕ੍ਰਾਈਸਿਸ ਨੇ, ਉਹਨਾਂ ਨੂੰ ਹੋਰ ਬੜੀ ਜਗ੍ਹਾ ਜਿਹੜੇ ਫਾਈਨੈਂਸਿਸ ਯੂਟੀਲਾਈਜ਼ ਕਰਨੇ ਚਾਹੀਦੇ। ਅਸੀਂ ਤਾਂ ਉਹਦੇ ਵਿੱਚ ਬਿਲਕੁਲ ਬਾਅਦ ਚਾਹੁੰਦੇ ਹਾਂ, ਲੋੜ ਵੀ ਨਹੀਂ ਜਦੋਂ ਤੱਕ ਅਸੀਂ ਹੈਗੇ ਕੰਸਰਨ। ਅਤੇ ਬਾਕੀ ਇਸ ਟਾਈਮ ਤਾਂ ਬੇਸਿਕ ਨੀਡਸ ਜੋ ਹੈਗੀਆਂ ਕਿ ਰਹਿਣ ਨੂੰ ਘਰ ਮਿਲੇ ਅਤੇ ਖਾਣ ਨੂੰ ਰੋਟੀ ਜਿਹੜੀ ਹੈਗੀ ਆ, ਸਪੈਸ਼ਲੀ ਜਿਹੜੀ ਮਾਈਗਰੈਂਟ ਲੇਬਰਸ ਆ, ਜਿਹੜੇ ਦਿਹਾੜੀਦਾਰ ਹੈਗੇ ਆ, ਦਿਹਾੜੀਦਾਰ ਜਿਵੇਂ ਤੁਹਾਨੂੰ ਪਤਾ ਕਿੰਨਾ ਪੈਨਿਕ ਪਿਆ ਹੋਇਆ, ਸਭ ਭੱਜ ਕੇ ਜਾ ਰਹੇ ਹੈਗੇ ਨੇ, ਸੋਸ਼ਲ ਡਿਸਟੈਂਸਿੰਗ ਨਹੀਂ ਕਰ ਰਹੇ ਹੈਗੇ। ਸੋ ਗਵਰਨਮੈਂਟ ਦੇ ਤਾਂ ਸਭ ਤੋਂ ਪਹਿਲਾਂ ਉਹੀ ਇਸ਼ੂਜ਼ ਨੇ ਜੀ। ਸਰ, ਅਤੇ ਟੈਕਸ ਰਿਬੇਟਸ ਦੀ ਜੇਕਰ ਅਸੀਂ ਗੱਲ ਕਰੀਏ, ਟੈਕਸ ਰਿਬੇਟਸ ਜਾਂ ਕਿਸੇ ਵੀ ਤਰ੍ਹਾਂ ਦੀ ਰਿਬੇਟ ਇਸ ਵੇਲੇ ਜਾਰੀ ਕੀਤੀ ਗਈ ਹੈ ਇਸ ਸੈਕਟਰ ਲਈ ਜਾਂ ਨਹੀਂ? ਉਹ ਜ਼ਰੂਰ ਕੀਤਾ ਸੀ। ਮੈਰੀਟੋਰੀਅਮ ਜਿਹਨੂੰ ਕਹਿੰਦੇ ਕਿ ਤੁਹਾਡੀਆਂ 3 ਮਹੀਨਿਆਂ ਲਈ ਜਿਹੜੀਆਂ ਤੁਹਾਡੀਆਂ ਮੰਥਲੀ ਇੰਸਟਾਲਮੈਂਟਸ ਤੁਹਾਨੂੰ ਅੱਗੇ ਕਰ ਦਿੰਦੇ, ਉਹਨੂੰ ਅਵੇਲ ਕਰਨਾ ਪੈਂਦਾ। ਉਹਦੇ ਇੱਕ ਡਾਕੂਮੈਂਟੇਸ਼ਨ ਹੈ, ਉਹਦਾ ਇੱਕ RBI ਨੇ ਸੈੱਟ ਕੀਤਾ ਕੁਛ ਰੇਟ ਆਫ ਇੰਟਰਸਟ। ਜੇ ਤੁਸੀਂ ਅਵੇਲ ਕਰਨਾ ਤੁਹਾਨੂੰ ਕਰਨਾ ਪੈਣਾ, ਮਤਲਬ ਯੂ ਹੈਵ ਟੂ ਅਬਾਈਡ ਬਾਈ ਦੈਮ। ਉਹ ਜਿਹੜਾ ਹੈਗਾ ਉਹ ਚੱਲ ਰਿਹਾ ਜੀ। ਸੋ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਡਾਕਟਰ ਸਤਬੀਰ ਸਿੰਘ ਜੀ ਦਾ ਇਹ ਕਹਿਣਾ ਹੈ ਕਿ ਸਰਕਾਰ ਜੋ ਹੋ ਸਕਦਾ ਹੈ ਉਹ ਕਰ ਰਹੀ ਹੈ, ਜੋ ਬਣ ਪਾ ਰਿਹਾ ਉਹ ਕਰ ਰਹੀ ਹੈ। ਆਲਰੇਡੀ ਪੂਰੀ ਦੁਨੀਆ ਦੇ ਵਿੱਚ ਇਹ ਕ੍ਰਾਈਸਿਸ ਫੈਲ ਚੁੱਕਾ ਹੈ, ਜਿਸ ਕਾਰਨ ਲੋਕਾਂ ਦੇ ਵਿੱਚ ਵੀ ਅਵੇਅਰਨੈਸ ਆ ਰਹੀ ਹੈ, ਪਰ ਕੁਝ ਲੋਕਾਂ ਨੂੰ ਇਹਤਿਆਤ ਵਰਤਣ ਦੀ ਹਾਲੇ ਵੀ ਲੋੜ ਹੈ। ਕੈਮਰਾਮੈਨ ਜਤਿਨ ਰਾਜਪੂਤ ਦੇ ਨਾਲ ਮਨਰਾਜਦੀਪ ਚੱਠਾ, ਜਲੰਧਰ ਤੋਂ।